श्रोमणी गुरुद्वारा प्रबंधक कमेटी सिंह साहिबान ਅਤੇ ਤਖਤ श्री केसगढ़ साहिब जी ਵੱਲੋਂ ਚਲਾਈ ਹੋਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਬੀਬੀ ਕੌਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ 5 ਨਗਰ ਕੀਰਤਨਾਂ ਦਾ ਉਪਰਾਲਾ ਕੀਤਾ ਗਿਆ ਹੈ। ਆਓ ਰਲ ਕੇ ਪਤਿਤ ਹੋਏ ਸਿੱਖ ਵੀਰਾਂ ਭੈਣਾਂ ਨੂੰ ਪ੍ਰੇਰਨਾ ਦੇ ਕੇ ਇਸ ਲਹਿਰ ਦਾ ਹਿੱਸਾ ਬਣਾਈਏ। ਕੇਸਗੜ੍ਹ ਸਾਹਿਬ ਜੀ ਦੀ ਇਹ ਲਲਕਾਰ सुंदर दाड़ा सिर दस्तार। हर हर तेरी ओ सतगुर वाहो वाहो जिन तुसी एक आम व्यक्ति हो ते करोड़पति होवो लखपति होवो अरबपति होवो हुंदा ही ना घर सोना 100 ਤੋਲਾ 50 ਤੋਲੇ जो बहुत समर्था ले हुंदी होई ना माया हुण किसे बैंकां 'च रखी किसे तिजोरी 'च रखी किते किते रखी किते किते रखी ਉਹ ਜਿਹੜਾ ਸਮਰੱਥ ਦੁਨੀਆ ਦਾ ਗੁਰੂ ਨਾਨਕ ਉਹ ਸਮਰੱਥ ਕੋਲ ਜਿਹੜੀਆਂ ਦਰਗਾਹੀ ਚੀਜ਼ਾਂ ਨੇ ਬਖਸ਼ਿਸ਼ਾਂ ਨੇ ਉਹ ਰਹਿਮਤਾਂ ਨੇ ਜਿਹੜੀ ਮੁਕਤੀ ਦਵਾ ਦਿੰਦੀਆਂ ਜਿਹੜੀਆਂ ਰਹਿਮਤਾਂ ਪਿਆਰੇ ਨਾਲ ਜੋੜ ਦਿੰਦੀਆਂ ਜਿਹੜੀਆਂ ਰਹਿਮਤਾਂ ਦੁੱਖ ਕੱਟਦੀਆਂ ਉਹ ਰੱਖੀਆਂ ਕਿੱਥੇ ਉਹਨੇ ਇਹ ਅੱਜ ਐਡਰੈਸ ਸੁਣ ਲਿਓ। ਗੁਰੂ ਨਾਨਕ ਦੀਆਂ ਵੱਡੀਆਂ ਜਿਹੜੀਆਂ ਰਹਿਮਤਾਂ ਨੇ ਨਾ ਉਹ 2 ਜਗ੍ਹਾ ਰੱਖੀਆਂ ਮਹਾਂਪੁਰਸ਼ ਕਹਿੰਦੇ ਉਹ ਐਡਰੈਸ ਸੁਣ ਲਓ। ਉਹ ਸਾਰੀਆਂ ਰਹਿਮਤਾਂ ਗੁਰੂ ਨਾਨਕ ਨੇ 2 ਜਗ੍ਹਾ ਰੱਖੀਆਂ ਇੱਕ ਗੁਰਬਾਣੀ 'ਚ ਰੱਖੀਆਂ ਇੱਕ ਸੰਗਤ 'ਚ ਰੱਖੀਆਂ ਇਹ 2 ਐਡਰੈਸ ਅਜੇ ਇਹ 2 ਜਗ੍ਹਾ ਉਹਨੂੰ ਵੀ ਤਾਂ ਕੋਈ ਜਗ੍ਹਾ ਚਾਹੀਦੀ ਸੀ ਨਾ ਆਪਾਂ ਨੂੰ ਸੋਨਾ ਰੱਖਣ ਲਈ ਕੋਈ ਤਿਜੋਰੀ ਕੋਈ ਬੈਂਕ ਦਾ ਲੋਕਰ ਜਾਂ ਕੋਈ ਰੱਖਦੇ ਆ ਨਾ ਉਹਨੇ ਆਹ ਜਗ੍ਹਾ ਲੱਭੀ ਤੁਹਾਡੇ ਤੇ ਕੋਈ ਭੋਜਲ ਬਣੇ ਕੁਝ ਵੀ ਜਦੋਂ ਤੁਸੀਂ ਗੁਟਕਾ ਸਾਹਿਬ ਲੈ ਕੇ ਜਪਜੀ ਸਾਹਿਬ ਪੜ੍ਹਨੀ ਸ਼ੁਰੂ ਕਰ ਦਿੰਦੇ ਹੋ ਉਹਦੀ ਰਹਿਮਤ ਤੁਹਾਡੇ ਦੁੱਖ ਕੱਟਣੇ ਸ਼ੁਰੂ ਕਰ ਦਿੰਦੀ ਜਿਵੇਂ ਤੁਸੀਂ ਪਿਛਲੀ ਵਾਰੀ ਸੁਣਿਆ ਸੀ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦਾ ਬਚਨ ਸੇ ਕਨੇਹਿਆ ਜੋ ਕਿ ਬਾਣੀ ਉਪਦੇਸ਼ ਰੂਪ ਵੀ ਹੈ ਬਾਣੀ ਗੁਰੂ ਰੂਪ ਵੀ ਹੈ ਕੋਈ ਵਿਚਾਰ ਕੇ ਪੜੇ ਉਪਦੇਸ਼ ਲਵੇ ਉੱਥੇ ਵੀ ਝੋਲੀ ਭਰਦੀ ਜਿੱਥੇ ਅਰਥ ਨਹੀਂ ਪਤਾ ਮਨ ਨਹੀਂ ਜੁੜਿਆ ਪਰ ਉਹ ਜਿੱਥੇ ਬਾਬੇ ਨੇ ਖਜ਼ਾਨਾ ਰੱਖਿਆ ਉਹਦੀ ਓਟ ਲੈਣੀ ਸ਼ੁਰੂ ਕਰਤੀ ਤੇ ਇਹ ਗੁਰੂ ਦਾ ਰੂਪ ਹੋਣ ਕਰਕੇ ਗੁਰੂ ਦੇ ਮੁਖ ਚੋਂ ਆਣ ਕਰਕੇ ਜਿਹੜਾ ਇਹਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ ਤੇ ਸੇਖ ਕਨੇਹਿਆ ਕਿਤਾਬ 'ਚ ਲਿਖਿਆ ਕਿ ਗੁਰੂ ਨਾਨਕ ਦੀ ਤਾਕਤ ਉਹਦੀ ਝੋਲੀ 'ਚ ਆਉਣੀ ਸ਼ੁਰੂ ਹੋ ਜਾਂਦੀ ਪੜਨ ਵਾਲੇ ਦੇ ਇੱਕ ਇੱਥੇ ਖਜ਼ਾਨਾ ਰੱਖਿਆ ਗੁਰਬਾਣੀ 'ਚ ਤੇ ਦੂਜਾ ਸੱਚ ਕਹਿੰਦਾ ਜੇ ਇੱਥੇ ਖਜ਼ਾਨਾ ਰੱਖਿਆ ਸਤ ਸੰਗਤ ਵਿੱਚ ਉਹਨੇ ਆਪਣੀਆਂ ਬਖਸ਼ਿਸ਼ਾਂ ਸੰਗਤ ਵਿੱਚ ਰੱਖੀਆਂ ਇੱਕ ਪੰਕਤੀ ਵੀ ਆਂਦੀ ਏ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਰਾਈ ਦਾ ਦਾਣਾ ਨਿਕਾ ਜਾ ਹੁੰਦਾ ਕੋਈ ਹੋਰ ਦੂਜੀ ਰਾਈ ਜਿੰਨੀ ਵੀ ਓਟ ਨਹੀਂ ਗੁਰ ਸੰਗਤ ਬਾਣੀ ਵੀ ਕੰਮ ਵੀ ਜ਼ਰੂਰੀ ਹੋਣ ਯਤਨ ਕਰਿਓ ਸੰਗਤ ਨਾ ਛੁੱਟ ਜਾਏ ਇਹਦੇ ਵਿੱਚ ਉਹਨੇ ਬਖਸ਼ਿਸ਼ ਰੱਖੀ ਆਪਣੀ ਰਹਿਮਤ ਰੱਖੀ ਹੋਈ ਹੈ ਕਿਰਪਾ ਰੱਖੀ ਹੋਈ ਹੈ ਉਹ ਫਿਰ ਜਦੋਂ ਸੰਗਤ ਬੈਠਦੀ ਹੈ ਗੁਰੂ ਸਾਹਿਬ ਦੀ ਹਜ਼ੂਰੀ 'ਚ ਉਹ ਫਿਰ ਕਿਰਪਾ ਵਰਤਦੀਆਂ ਉਹਦੀਆਂ ਇਹ ਸਾਡੇ ਗੁਰੂ ਨਾਨਕ ਕਹਿੰਦੇ ਧਰਮਸਾਲ ਬਣਾ ਫਿਰ ਆਵਾਂਗੇ ਧਰਮਸਾਲ ਬਣਾਈ ਆ 2 ਵੇਲੇ ਸਤਸੰਗ ਸ਼ੁਰੂ ਹੋ ਗਏ ਸੰਗਤ ਸ਼ੁਰੂ ਹੋ ਗਈ 2 ਵੇਲੇ ਇੱਕ ਟਾਈਮ ਆਇਆ राजा शिवनाभ ते बाबा नानक कले, बस वो सुन ले।
ਉਦੋਂ ਇਹਨੇ ਆਖਿਆ ਮਹਾਰਾਜ ਪ੍ਰਸ਼ਨ ਹੈ, ਇੱਕ ਸਵਾਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਦੱਸੋ ਰਾਜਾ ਸ਼ਿਵਨਾਭ। ਉਹ ਪ੍ਰਸ਼ਨ ਸੁਣਿਓ ਤੇ ਉੱਤਰ ਸੁਣਿਓ, ਕੋਸ਼ਿਸ਼ ਕਰਾਂਗੇ 7-8 ਮਿੰਟ ਵਿੱਚ। ਕਰਹੁ ਆਪਨੋ ਬਰ ਉਪਦੇਸ਼ੂ, ਇਹ ਸਵਾਲ ਹੈ ਜੀ। ਕਰਹੁ ਆਪਣੋ ਬਰ ਉਪਦੇਸ਼ੂ, ਜੈ ਤੇ ਮਿਟੇ ਜਗਤ ਕਲੇਸ਼ੂ। ਇਹ ਰਾਜਾ ਸ਼ਿਵਨਾਭ ਕਹਿੰਦਾ ਮੈਨੂੰ ਮਹਾਰਾਜ ਕੋਈ ਇਹੋ ਜਿਹਾ ਉਪਦੇਸ਼ ਦਿਓ, ਜਗਤ ਅੱਜ ਅੰਦਰ ਜਗਤ ਹਿਰਦਾ, ਕਿ ਅੰਦਰ ਦਾ ਜਗਤ ਦਾ ਕਲੇਸ਼ ਮਿਟ ਜੇ। ਗੁਰੂ ਨਾਨਕ ਬੇਨਤੀ ਹੈ, ਕੋਈ ਹੈ ਰਾਹ ਇਹੋ ਜਿਹਾ ਵੀ ਜਿਹੜੇ ਅੰਦਰ ਦੇ ਕਲੇਸ਼ ਖਤਮ ਹੋ ਜਾਣ। ਕਰਹੁ ਆਪਣੋ ਬਰ ਉਪਦੇਸ਼ੂ, ਜੈ ਤੈ ਮਿਟ ਹੈ ਜਗਤ ਕਲੇਸ਼ੂ। ਹੁਣ ਗੁਰੂ ਨਾਨਕ ਸਾਹਿਬ ਜਵਾਬ ਦੇਣ ਲੱਗੇ ਜੀ, ਉਹ ਬਸ ਤੁਸੀਂ 2-4 ਮਿੰਟ ਧਿਆਨ ਨਾਲ ਸੁਣਿਓ। ਮਨ ਕੋ ਰੋਕਣ ਨਿਰਮਲ ਕਰਨੋ, ਮਨ ਨੂੰ ਰੋਕ। ਮਨ ਕੋ ਰੋਕਣ ਨਿਰਮਲ ਕਰਨੋ, ਯਹੀ ਉਪਾਵ ਕਲੇਸ਼ਨ ਹਰਣੋ। ਮਨ ਕੋ ਰੋਕਣ ਨਿਰਮਲ ਕਰਨੋ, ਯਹੀ ਉਪਾਵ ਕਲੇਸ਼ਨ ਹਰਣੋ। ਇਹ ਜਵਾਬ ਆ ਰਿਹਾ, ਮਨ ਨੂੰ ਰੋਕਣਾ, ਨਿਰਮਲ ਕਰਨਾ, ਯਹੀ ਉਪਾਵ ਕਲੇਸ਼ਨ ਹਰਣੋ। ਐਸ ਉਪਾਵ ਨਾਲ ਤੇਰੇ ਕਲੇਸ਼ ਹਰਨਗੇ। ਹੁਣ ਸੁਣਿਓ ਜੀ ਜਰਾ ਧਿਆਨ ਨਾਲ, ਰਾਜੇ ਸ਼ਿਵਨਾਭ ਦਾ ਭਲਾ ਹੋਵੇ। ਉਹ ਕਹਿੰਦਾ ਮਹਾਰਾਜ ਖੁੱਲ ਕੇ ਸਮਝਾਓ, ਇਹਨੂੰ ਰੋਕਾਂ ਕਿਵੇਂ, ਕਿਵੇਂ ਨਿਰਮਲ ਕਰਾਂ। ਤੇ ਬਾਬਾ ਜੀ ਕੀ ਕਹਿੰਦੇ, ਕਸ਼ਟ ਯੋਗ ਇੱਕ ਭਗਤ ਯੋਗ ਸੁਨ। ਕਸ਼ਟਦਾਰ ਤੇ ਹੱਠ, ਕਸ਼ਟ ਯੋਗ ਇੱਕ ਭਗਤ ਯੋਗ ਸੁਨ। ਇਨ ਦੋਨੋਂ ਤੇ ਹੈਵ ਨਿਰਮਲ ਤਨ। ਇੱਕ ਹੱਠ ਯੋਗ ਇੱਕ ਭਗਤ ਯੋਗ ਹੈ, ਇਹਨਾਂ ਨਾਲ ਨਿਰਮਲ ਤਨ ਹੁੰਦਾ ਹੈ। ਹੁਣ ਇਹ ਵਾਜੇ ਤੋਂ ਵੀ ਅੱਧੀ, ਵਾਜੇ ਜਿੰਨੀ ਕਿਤਾਬ ਹੈ ਉਹਦੇ ਫਿਰ 14-15 ਪੇਜ ਨੇ। ਉਹਨੇ ਅੱਗੋਂ ਕਿਹਾ ਵੀ ਹੱਠ ਯੋਗ ਭਗਤ ਯੋਗ ਬਾਰੇ ਮੈਨੂੰ ਖੁੱਲ ਕੇ ਸਮਝਾਓ। ਹੁਣ ਸਾਰਾ ਵੇਰਵਾ ਤੇ ਨਹੀਂ, ਉਹਦੇ ਵਿੱਚੋਂ ਥੋੜੇ ਜਿਹੇ ਅੰਸ਼ ਉਹ ਆਪ ਜੀ ਨਾਲ ਮਹਾਰਾਜ ਜੀ ਸਾਂਝੇ ਕਰਾਂ। ਟੋਟਲ ਫਿਰ ਵੇਰਵਾ ਵੱਡਾ ਹੈ। ਤੇ ਮਹਾਰਾਜ ਨੇ ਕਿਹਾ ਮਨ ਨੂੰ ਰੋਕ, ਨਿਰਮਲ ਕਰ, ਇਹਦੇ ਨਾਲ ਕਲੇਸ਼ ਹਿਰਦੇ ਅੰਦਰ ਦੇ ਖਤਮ ਹੁੰਦੇ। ਉਹ ਕਹਿੰਦਾ ਜੀ ਕਿਵੇਂ ਕਰਾਂ। ਕਹਿੰਦੇ ਕਸ਼ਟ ਯੋਗ ਇੱਕ ਭਗਤ ਯੋਗ ਸੁਨ, ਇਸ ਦੋਨੋਂ ਤੇ ਹੈ ਨਿਰਮਲ ਤਨ। ਹੁਣ ਇਹ ਦੋਵਾਂ ਯੋਗਾਂ ਚੋਂ ਕੁਝ ਅੰਸ਼ ਉਹ ਸੁਣਿਓ ਜੀ। ਪਹਿਲਾ ਅੰਸ਼, ਸਾਡਾ ਬਾਬਾ ਵੇਖੋ ਕਿਹੜੀ ਸੋਚ ਹੈ। ਇੱਕ ਕਸ਼ਟ ਯੋਗ ਤੇ ਭਗਤ ਯੋਗ ਚੋਂ ਮਹਾਰਾਜ ਨੇ ਪਹਿਲਾ ਅੰਸ਼ ਦੱਸਿਆ ਜੀ। 3 ਤਰ੍ਹਾਂ ਦੀ ਹਿੰਸਾ ਤੋਂ ਬਚੋ। ਬਹੁਤ ਧਿਆਨ ਨਾਲ ਸੁਣਨਾ। 3 ਤਰ੍ਹਾਂ ਦੀ ਹਿੰਸਾ ਤੋਂ ਬਚੋ। ਅੱਜ ਤੱਕ ਮੈਂ ਜਦੋਂ ਤੱਕ ਇਹ ਨਹੀਂ ਸੀ ਜਵਾਬ ਪੜਿਆ ਨਾ, ਤੇ ਮੈਂ ਵੀ ਸਮਝਿਆ ਸਾਂ ਵੀ ਹਿੰਸਾ ਉਹਨੂੰ ਹੀ ਕਹਿੰਦੇ ਆ ਜੀ ਨੂੰ ਮਾਰਨਾ। ਕੋਈ ਜੀ ਨੂੰ ਮਾਰਨਾ ਉਹ ਹਿੰਸਾ ਹੁੰਦੀ। ਪਰ ਗੁਰੂ ਨਾਨਕ ਨੇ ਸ਼ਿਵਨਾਭ ਰਾਜੇ ਨੂੰ ਕੀ ਉਪਦੇਸ਼ ਦਿੱਤਾ? 3 ਤਰ੍ਹਾਂ ਦੀ ਹਿੰਸਾ ਹੈ। ਇੱਕ ਸਰੀਰ ਕਰਕੇ ਕਿਸੇ ਨੂੰ ਮਾਰਨਾ, ਦੂਜੇ ਨੂੰ, ਇਹ ਵੀ ਹਿੰਸਾ ਹੈ, ਇਹਦੇ ਤੋਂ ਵੀ ਰੋਕੋ। ਦੂਜੀ ਹਿੰਸਾ, ਮਨ ਵਿੱਚ ਕਿਸੇ ਦਾ ਬੁਰਾ ਚਿਤਵਨਾ, ਇਹ ਵੀ ਹਿੰਸਾ ਹੈ, ਇਹ ਵੀ ਮਾਰਨ ਦੇ ਬਰਾਬਰ ਹੈ। ਤੇ ਤੀਜੀ ਹਿੰਸਾ ਹੈ, ਇਹ ਮਹਾਰਾਜ ਨੇ ਜਵਾਬ ਦਿੱਤਾ, ਮਨ ਕਰਕੇ, ਤਨ ਕਰਕੇ ਤੇ ਬਚਨ ਕਰਕੇ। ਮੁੱਖ ਚੋਂ ਜਿਹੜਾ ਬਚਨ ਕੱਢਦੇ ਆ ਨਾ ਜੀ, ਮਹਾਰਾਜ ਕਹਿੰਦੇ ਮੂੰਹ ਚੋਂ ਬਚਨ ਇਹੋ ਜਿਹਾ ਕੱਢਣਾ ਵੀ ਦੂਜੇ ਦਾ ਦਿਲ ਸੜ ਜਾਣਾ, ਦੁਖੀ ਹੋ ਜਾਣਾ, ਇਹ ਵੀ ਹਿੰਸਾ ਹੀ ਹੈ।
नोट करो, अगर किसी को हिंसा लफज ना समझ लगे, कतल कतल, इहनूं मार देना। महाराज कहते गुरु का सिख जे चाहुंदा है अंदर दे कलेश मिट जाण, तीन तरह की हिंसा तो बच के रवे। मन करके हिंसा, बचन करके हिंसा ते तन करके हिंसा। तन करके किसी जी नूं मारना, ये तन दी हिंसा। मन करके स्कीम बनाउणी किसी दा बुरा चित बनदी, ये मन दी हिंसा। मन बचन करके ये बचन दी हिंसा। आ जरा सुन लियो, पूरी गल होर खुल जाए भी असी कोई दास कोलो नहीं कह रहा, ये इतिहासक ग्रंथ दियां लाइनां। पर को बुरा जे चितवना, आ सुनियो जी, पर को बुरा जे चितवना, मन की हिंसा चीन, मन की हिंसा चीन। जे तू मन च भी पराए दा बुरा चित वरिया ते समझ लै तेरा मन कतल कर रहा गया, तेरा मन हिंसा कर रहा। पर को बुरा जे चितवना, मन की हिंसा चीन। फिक्का बोल दुखाए खनावे, फिक्का बोल दुखाए खनावे, हिंसा बचनन की कहलावे। देख लो बाबे दे बचन, तू फिक्का बोल के किसे नू दुखी करदा है, ये बचन दी हिंसा कहलाउंदी है। बचन दी हिंसा, बचन नाल तू कतल करदा है। पर को बुरा जे चितवना, मन की हिंसा चीन। फिक्का बोल दुखाए खनावे, हिंसा बचनन की कहलावे। तीजी मारण जीवन केरी, तीजी हिंसा कहदा जीवन ही मुका देना। तीजी मारण जीवन केरी, त्यागे इनको हैव बिन देरी। तीजी मारण जीवन केरी, त्यागे इसको, त्यागे इनको हैव बिन देरी। महाराज राजे शिवनाभ नूं नहीं कह रहे, सानू कह रहे है कि तिन्ना हिंसा दा बिना देरी तो त्याग करिए। मन च भी किसी दा बुरा ना सोचीए, बचन भी मूँह चों बोलण वेले एहो जे करिए कि दूजे दा हिरदा दुखी। तीजा शरीर करके किसी नूं ਉਹ ਤੁਸੀਂ ਸਮਝਦੇ ਹੀ ਹੋ। ਇਹ ਜਿੰਨੀ ਸੰਗਤ ਬੈਠੀ ਹੋ ਮੈਨੂੰ ਪਤਾ ਹੈ, ਕੱਚੀ ਵਾਲੇ ਵੀ ਬੈਠੇ ਤੇ ਐਮਏ ਵਾਲੇ ਵੀ ਬੈਠੇ, ਮੈਂ ਵੀ ਵਿੱਚ ਹੀ ਹਾਂ। ਜੇ ਬਚਨ ਦੀ ਹਿੰਸਾ ਹੋ ਜਾਏ ਨਾ, ਬਚਨ ਦੀ, ਬਚਨ ਇਹੋ ਜਿਹਾ ਨਿਕਲ ਗਿਆ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਅੰਦਰ ਕੁਝ ਹੋਣਾ ਸ਼ੁਰੂ ਹੋ ਜਾਂਦਾ, ਬੰਦੇ ਦਾ ਆਪਣਾ ਮਨ ਨਾ ਟਿਕਣਾ ਬੰਦ ਹੋ ਜਾਂਦਾ। उसले दे गुस्से च बोल आया, असी कलयुगी जी जे बचन दी हिंसा तुहाडे कोलों हो जावे, मैं कहना एक निक्के पैसे दी शर्म ना करियो, निक्के पैसे दी शर्म ना करियो। जदों अंदर महसूस हो जाए ना भी तू इत्थे 5 मिनट ज्यादा गर्म बोल आया, अंदर फिर अपनी शांति भंग हो जाती। उदों निक्के पैसे दी शर्म ना करियो, ओनू उसे वेले फोन मार के बेशक माफी मंग लियो भी आ मैं बचन कर गया, मैनू माफी दे दी। मैं कहना गुरु नानक ओनू भी बख्शे दे, जड़ा यही कर ले। कलयुगी बोलिया भी गया। अज वीरवार है, कल बुध सी ते परसों मंगलवार की गल है। 8:15 दे ना जी, मैं भी किसी ना गर्म बोल है भी मेरे सामने खड़ा हो ते उन्हें कोई चीज़ इहो जी की बई बोलिया गया। मैं कहा तेरा हाल ही यही है, कोई तेरे को कभी काम है चज का होया, कोई ना कोई तू करके रख देना। हुण गलती मेरी की
ਜੇ ਉਹਨੂੰ ਕੁਝ ਸਮਝਾਉਣਾ ਵੀ ਸੀ ਤੇ ਉਹਨੂੰ ਕੱਲਿਆਂ ਲੈ ਕੇ ਸਮਝਾਉਂਦਾ। ਜਦੋਂ ਮੈਂ ਉਹਨੂੰ ਬੋਲਿਆ ਨਾਲ 7 ਬੰਦੇ ਖੜੇ ਸੀ, 7 ਸਾਹਮਣੇ ਉਹਦੀ ਹੋ ਗਈ। ਮੈਂ ਬਾਬਾ ਜੀ ਹੋਰੀ ਕਹਿ ਰਿਹਾ 8:20 8:25 ਤੇ ਮੈਂ ਜਿੱਧਰ ਜਾਣਾ ਸੀ ਨਾ ਰਾਤੀ ਕਿਧਰੇ ਤੁਰਿਆ, ਰਸਤੇ 'ਚ ਮਨ ਨਹੀਂ ਖਲੋ ਰਿਹਾ, ਅੰਦਰ ਕੁਝ ਹੋਈ ਜਾ ਰਿਹਾ। ਤੇ ਮੈਂ ਸੋਚਿਆ ਮੈਂ ਕਿ ਇਹ ਕੀ ਹੋਣ ਡਿਆ, ਅਪਸੈਟਿੰਗ ਹੋ ਗਈ ਸਾਰੀ, ਅੰਦਰ ਦਾ ਹਿੱਲ ਗਿਆ ਸਾਰਾ, ਬੈਲੈਂਸ ਹਿੱਲ ਗਿਆ। ਨਾਲ ਹੀ ਆਇਆ ਵੀ ਆ ਤੇਰੇ ਕੋਲ ਤੀਜੀ ਹਿੰਸਾ ਹੋ ਗਈ। ਆਖੋ ਸਾਥ ਸੰਗਤ ਜੀ, ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। ਉਹ ਇੱਕ ਬੰਦਾ ਸਰਵਿਸ ਕਰਨ ਵਾਲਾ, ਬੰਦੇ ਜਾ ਜਾਂਦਾ ਨਾ ਵੀ ਕੋਈ ਨਹੀਂ ਸਰਵਿਸ ਕਰਨ ਵਾਲਾ, ਇਹਨੂੰ ਬੋਲਦਾ ਤਾਂ ਫਿਰ ਕੀ ਹੋ ਗਿਆ। ਦਾਸ ਨੇ ਜਦੋਂ ਵੇਖਿਆ ਵੀ ਅੰਦਰ ਅਪਸੈਟਿੰਗ ਹੋ ਗਈ ਹੈ, ਤੂੰ ਇਹ ਗਲਤੀ ਕਰ ਰਿਹਾ, ਮੈਂ ਉਸੇ ਵੇਲੇ ਉਹਦਾ ਫੋਨ ਘੁਮਾਇਆ ਤੇ ਫੋਨ ਕਰਕੇ ਤੇ ਪਹਿਲਾ ਲਫ਼ਜ਼ ਹੀ ਦਾਸ ਨੇ ਬੋਲਿਆ, ਮੈਂ ਕਿਹਾ ਜੀ ਮਾਫੀ ਦੇ ਦੇਣੀ। ਆਖੋ ਮੈਂ ਕਿਹਾ ਮੇਰੀ ਗਲਤੀ ਹੈ, ਇੰਜ ਨਹੀਂ ਸੀ ਬੋਲਣਾ ਚਾਹੀਦਾ, ਸਮਝਾਉਣਾ ਵੀ ਸੀ ਤੇ ਕੱਲਿਆਂ। ਅੱਛਾ ਸੁਣਿਓ, ਉਹ ਫਿਰ ਮਾਫੀ ਮੰਗਣ ਤੋਂ ਬਾਅਦ ਉਹਨੇ ਮੈਨੂੰ ਅੱਗੋਂ ਕਿਹਾ, ਉਹ ਕਹਿੰਦਾ ਜੀ ਅਸੀਂ ਬਾਕੀਆਂ ਦਾ ਗੁੱਸਾ ਕਰ ਲੈਂਦੇ, ਤੁਸੀਂ ਜੋ ਮਰਜ਼ੀ ਕਹਿ ਦਿਓ ਕਰਦੇ ਨਹੀਂ। ਉਹਨੇ ਅੱਗੋਂ ਪਿਆਰ ਬਖਸ਼ਿਆ। ਮੈਂ ਕਿਹਾ ਨਹੀਂ ਇਹ ਨਹੀਂ ਗੱਲ ਹੋਈ, ਮੇਰੇ ਅੰਦਰ ਆਪਣੇ ਅਪਸੈਟਿੰਗ ਹੋ ਗਈ ਸੀ ਤੇ ਮੈਂ ਕਿਹਾ ਹੁਣ ਹੋਰ ਕੋਈ ਹੱਲ ਨਹੀਂ ਹੈਗਾ, ਵੀ ਜਿਹਦੇ ਨਾਲ ਕੀਤੀ ਹੈ ਹੁਣ ਉਹਦੇ ਕੋਲੋਂ ਮਾਫੀ। ਉਹ ਮੰਗਣ ਤੋਂ ਬਾਅਦ ਜਿਵੇਂ ਇੰਜ ਵੀ ਜਿਵੇਂ ਵਾਕਿਆ ਅੰਦਰ ਗੁਰੂ ਨਾਨਕ ਵਰਤ ਗਏ, ਹੁਣ ਸ਼ਾਂਤੀ ਹੈ, ਕੋਈ ਤਕਲੀਫ ਨਹੀਂ ਪਈ, ਉਹਦਾ ਦੁਖੀ ਮਨ ਸੁਖੀ ਹੋ ਗਿਆ। ਇਹ ਮੈਂ ਤਾਂ ਬੇਨਤੀ ਕੀਤੀ ਹੈ ਵੀ 3 ਤਰ੍ਹਾਂ ਦੀ ਹਿੰਸਾ ਬਾਬੇ ਨੇ ਦੱਸੀ। ਮਨ ਦੀ ਹਿੰਸਾ, ਇਹਦਾ ਮਨ ਕਰਕੇ ਬੁਰਾ ਸੋਚਣਾ। ਬਚਨ ਦੀ ਹਿੰਸਾ, ਤਨ ਕਰਕੇ ਹਿੰਸਾ ਕਿ ਜੀ ਨੂੰ ਮਾਰ ਦੇਣਾ ਆਪਣੇ ਸਵਾਦ ਲਈ। ਗੁਰੂ ਨਾਨਕ ਮਹਾਰਾਜ ਦਾ ਬਚਨ ਇਹਨਾਂ ਤਿੰਨਾਂ ਨੂੰ ਬਿਨਾਂ ਦੇਰੀ ਤੋਂ ਤਿਆਗ ਦੇ। ਆਖੋ ਸਤਿਨਾਮ। पर को बुरा ये चितवना मन की हिंसा ची, फिक्का बोल दुखाए हनावे, हिंसा बचनन की कहलावे। फिक्का बोल तीजी मारण जीवन केरी, त्यागे इनको हैव बिन देरी, बिना देरी तो ऐ सुन लियो जरा, सिर्फ बोल के लंघ रहे। राजा शिव नाव नूं महाराज कहंदे दूजी गल कष्ट योग चों ते भगत योग चों, कहंदे दूजा उपदेश दुतीये सच उच्चरण निर्वहे, कबहू कूड़ ना किह बिद कहे, हर वेले सच जेड़ा ना ओ पल्ले बन के रखे, झूठ तो पासे रवे। आखो सच, झूठ तो पासे रवे, सच दा पल्ला फड़े। बाकी वो गल मैं डिटेल नाल नहीं कहनी, ਤੁਸੀਂ ਇਸ਼ਾਰਾ ਸਮਝ ਜਾਣਾ। ਜਿਸ ਸੱਚ ਨਾਲ ਤੁਹਾਡੀਆਂ ਅੱਖਾਂ ਸਾਹਮਣੇ ਦੂਜੇ ਦੀ ਜਾਨ ਜਾਂਦੀ ਹੋਵੇ, ਜਿਸ ਸੱਚ ਨਾਲ ਦੂਜੇ ਦਾ ਬਿਲਕੁਲ ਨੁਕਸਾਨ, ਉੱਥੇ ਤੁਸੀਂ ਸਮਝਣਾ। ਇਹਨੂੰ ਮੈਂ ਖੁੱਲ ਕੇ ਨਹੀਂ ਕਹਿਣਾ। ਆਖੋ ਸਤਿਨਾਮ। ਇਹਨੂੰ ਤੁਸੀਂ ਸਮਝਣਾ। ਜੇ ਬਿੱਦ ਬਣੀ ਤੇ ਇਹ ਵੀ ਇਤਿਹਾਸਕ ਪੰਕਤੀਆਂ ਇਹ ਸੂਰਜ ਪ੍ਰਕਾਸ਼ ਮੈਂ ਪੜ੍ਹੀਆਂ ਸੀ, ਉਹ ਵੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਮਿਸਾਲ ਦਿੱਤੀ ਸੀ ਗਊ ਦੀ, ਉਹ ਪੰਕਤੀਆਂ ਨੇ ਜੀ ਸੂਰਜ ਪ੍ਰਕਾਸ਼ ਦੀਆਂ। ਤੇ ਗਊ ਜਾ ਰਹੀ ਸੀ ਤੇ ਕੋਈ ਬੈਠਾ ਸੀ ਤੇ ਕਸਾਈ ਨੇ, ਗਊ ਚਲੀ ਗਈ ਤੇ ਕਸਾਈ ਨੇ ਪੁੱਛਿਆ ਵੀ ਪੁਰਖਾ ਗਊ ਵੇਖੀਏ, ਤੇ ਹੱਥ 'ਚ ਛੁਰਾ ਫੜਿਆ ਹੋਇਆ। ਉਹਨੂੰ ਪਤਾ ਲੱਗ ਗਿਆ ਇਹਨੇ ਗਊ ਨੂੰ ਮਾਰਨਾ, ਛੁਰਾ ਹੱਥ 'ਚ ਹੈ, ਪਰ ਉਹਨੇ ਆਪਣਾ ਰੱਖਿਆ ਵੀ ਮੈਂ ਸੱਚ ਬੋਲਣਾ। ਤੂੰ ਗਊ ਵੇਖੀਏ, ਕਹਿੰਦਾ ਵੇਖੀ। ਕਿੱਧਰ ਗਈ ਏ, ਉਹ ਵੀ ਦੱਸਦਾ ਕਿੱਧਰ ਗਈ। ਹੁਣ ਆਹ ਸੱਚ ਕੀ ਹੈ ਤੁਸੀਂ ਸਮਝ ਲੈਣਾ, ਮੈਂ ਇਸ਼ਾਰਾ ਹੀ ਦੇਣਾ, ਕਿਉਂਕਿ ਇਹਦਾ ਦੂਜਾ ਅਸਰ ਨਾ ਹੋ ਜਾਏ। ਹੁਣ ਇਹ ਤੇਰਾ ਸੱਚ ਉਹ ਗਊ ਦੀ ਜਾਨ ਲੈ ਗਿਆ। ਇਹਦੀਆਂ ਬਕਾਇਦਾ ਪੰਕਤੀਆਂ ਨੇ ਸੂਰਜ ਪ੍ਰਕਾਸ਼ ਦੀਆਂ, ਇਹ ਤੁਸੀਂ ਉਸ ਵੇਲੇ ਤੋਲਣਾ ਆਪ ਹੀ। ਇਹਨੂੰ ਡਿਟੇਲ 'ਚ ਨਹੀਂ ਕਰ ਸਕਦੇ, ਇਹਦਾ ਦੂਜਾ ਅਸਰ ਨਾ ਹੋ ਜਾਏ। ਕਈ ਚੀਜ਼ਾਂ ਨੂੰ ਇਸ਼ਾਰਾ ਹੀ ਹੈ। ਤੋ ਮਹਾਰਾਜ ਨੇ ਜਿਵੇਂ ਆ ਆਖਿਆ ਵੀ ਸੱਚ ਦਾ ਪੱਲਾ ਫੜ ਕੇ ਰੱਖੇ, ਝੂਠ ਤੋਂ ਗੁਰੇਜ਼ ਕਰੇ, ਇਹ ਉਹਨੂੰ ਦੂਜਾ ਉਪਦੇਸ਼ ਦਿੱਤਾ। ਤੀਜਾ ਉਪਦੇਸ਼ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਮਹਾਰਾਜ ਕਹਿੰਦੇ ਚੋਰੀ 2 ਤਰ੍ਹਾਂ ਦੀ, ਮੈਂ ਵੀ ਇੱਕ ਤਰ੍ਹਾਂ ਦੀ ਸਮਝਦਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਚੋਰੀ 2 ਤਰ੍ਹਾਂ ਦੀ ਹੈ।
बस आ सुन लो, फिर चलो बाकी जिवें गुरु साहब कृपा करन। भूले मार्ग जिने बताया, भूले मार्ग जिन्हें बताया, बोलो भैणों भूले। ऐसा घोर वट भागी पाया, बाबा ऐसा गुरु वट भागी पाया। ऐसा ਇਹ ਮਹਾਰਾਜ ਨੇ ਭਜਨ ਕੀਤੇ ਜੇ ਰਾਜੇ ਸ਼ਿਵ ਨਾਮ ਨੂੰ। ਚੋਰੀ ਦੋ ਤਰ੍ਹਾਂ ਦੀ, ਇਹ ਦੋਵਾਂ ਤੋਂ ਬਚ ਕੇ ਰਹੋ। ਉਹ ਦੋ ਤਰ੍ਹਾਂ ਦੀ ਚੋਰੀ ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਮਹਾਰਾਜ ਕਹਿੰਦੇ ਇੱਕ ਤਨ ਦੀ ਚੋਰੀ, ਇੱਕ ਮਨ ਦੀ ਚੋਰੀ। ਇੱਕ ਤਨ ਦੀ ਚੋਰੀ, ਇੱਕ ਮਨ ਦੀ। ਪਰ ਕੀ ਵਸਤ ਛਪਾਵਨ ਕਰਨੀ, ਕਿਸੇ ਦੀ ਵਸਤੂ ਚੁੱਕ ਲੈਣੀ ਪਰਾਈ। ਪਰ ਕੀ ਵਸਤ ਛਪਾਵਨ ਕਰਨੀ, ਇਹੋ ਸਤੇਈ ਤਨ ਕੀ ਬਰਣੀ। ਸਤੇਈ ਦਾ ਅਰਥ ਚੋਰੀ, ਇਹ ਤਨ ਦੀ ਚੋਰੀ ਹੈ। ਤੇ ਮਨ ਦੀ ਚੋਰੀ ਕਿਹੜੀ ਹੈ ਜੀ? करे पाप पुन राख दुराए। इत्थे पुन दा अर्थ है जे करे पाप पुन, पर जे राख दुराए, पाप करदा उन्होंने छुपा के रखदा, ये मन दी चोरी। करे पाप पुन राख दुराए, ये मन की चोरी कहलाए। कज के हको सतनाम। संगत नूं कहंदा अमृत वेले जागो, संगत जी हथ खड़े करो, संगत जी ऐ करो। ते वो आप सोचदा भी मैं भावें 6-7 वजे उठां, मैनूं घर किन्ने वेखना। ये मन दी चोरी है, ये मन दी चोरी है। करे पाप पुन राख दुराए, पाप करदा पर, पुन दा अर्थ पर, राख दुराए उन्होंने पाउंदा भी कोई किसी नूं की पता लगना। ये मन की चोरी कहलाए। संगत जी राजे शिव नाभ नूं तुहाडे मेरे बाबा नानक ने इतना अगां ब्रह्मचर्य, ब्रह्मचर्य समझिओ तुसीं भी, एका नारी जती है पर नारी धी भैण वखाणे। चौथे ब्रह्मचर्य सुख सार, ये चौथा महाराज ने उपदेश इहनूं दिता भी ब्रह्मचर्य। हुण मैनूं खुल के कहना पै रहा, समझ लेना भी काम वासना तो बच के रहे। एका नारी जती पर नारी धी भैण। चौथे ब्रह्मचर्य सुख सार, जीतन काम अष्ट प्रकार। हुण इत्थे मेरा एक मन आंदा गल करां, इत्थे अष्ट दा अर्थ है जी 8। एक मन आंदा ना करा, पर मैं संकोच कर जाऊंगा, तुसीं समझ लेना। ये जिहड़ी वासना है ना काम, ये 8 प्रकार दी गुरु नानक ने सुनाई। 8 प्रकार दी मैं बोल जाना काली नाल। वीर भैणां लई भैण, वो अपने आप तुसीं तोल लेना। जिहड़ी वासना है, जिहदा नाम है लिया, ਇਹਦਾ 8 ਤਰ੍ਹਾਂ ਦਾ ਸਵਾਦ ਗੁਰੂ ਨਾਨਕ ਨੇ ਕਿਹਾ। ਚੌਥੇ ਬ੍ਰਹਮਚਰਜ ਸੁਖ ਸਾਰ, ਜੀਤਨ ਕਾਮ ਅਸ਼ਟ ਪ੍ਰਕਾਰ। ਇਹਨਾਂ 8 ਨੂੰ ਧਿਆਨ ਰੱਖੋ। ਔਰ ਪਹਿਲਾ ਸਵਾਦ ਹੈ ਵਾਸ਼ਨਾ ਦਾ, ਗੱਲਾਂ ਦਾ ਸਵਾਦ। ਕਿਸੇ ਲੜਕੀ ਨਾਲ ਗੱਲਾਂ ਮਾਰਨੀ, ਇਹ ਵੀ ਵਾਸ਼ਨਾ ਪ੍ਰਗਟ ਕਰਦੀ। ਇਹ ਮਹਾਰਾਜ ਨੇ ਦੱਸੇ ਨੇ ਵਿੱਚ ਗੱਲਾਂ ਦਾ ਸਵਾਦ, ਗੱਲਾਂ लड़की दियां मन च धारण करन दा स्वाद, बाद च मन च धारण करनियां गल्लां। तीजा लिखिया किसी पराई लड़की नाल एकांत विच बैठण दा स्वाद, ये वासना। चौथा स्पर्श दा स्वाद। पंजवां वेखण दा स्वाद, कि दोवें एक बन्ने अपना धारी जाना, बीबियां उधर वो उधर। वेखण दा वासना, वेखण दी वासना। 6वीं लिखी है छूण दा स्वाद। 7वीं लिखी है
ਭੋਗ ਵਿਕਾਰ ਦਾ ਸਵਾਦ ਤੇ 8ਵੀਂ ਲਿਖੀ ਏ ਕਿ ਰੂਪ ਨੂੰ ਸੁਰਤੀ ਚ ਵਸਾਉਣ ਦਾ ਸਵਾਦ। ਇਹ ਗੁਰੂ ਨਾਨਕ ਨੇ ਇੱਕ ਇੱਕ ਦਾ ਵੇਰਵਾ ਦਿੱਤਾ ਤੇ ਆਖਿਆ ਗੁਰੂ ਕਾ ਸਿੱਖ ਇਹਨਾਂ 8 ਵਾਸ਼ਨਾਵਾਂ ਤੋਂ ਬਚ ਕੇ ਰਵੇ। ਕਹਿ ਦਿਓ ਗੱਜ ਕੇ ਸਤਿਨਾਮ। ਤੁਹਾਡੇ ਸਾਰਿਆਂ ਤੇ ਕਿਰਪਾ ਹੈ, ਪਰ ਇਹ ਪ੍ਰੋਗਰਾਮ ਲੱਖਾਂ ਤੱਕ ਪਹੁੰਚਦਾ ਹੈ ਤੇ ਬਾਈ ਚਾਂਸ ਕੋਈ ਮਤਲਬ ਆਪਣਾ ਜੀਵਨ ਸਾਥੀ ਹੈਗਾ, ਕਿਸੇ ਲੜਕੀ ਨਾਲ ਫੋਨ ਤੇ ਹੀ ਗੱਲਾਂ ਮਾਰਦਾ, ਇਹ ਗੱਲਾਂ ਦੀ ਵਾਸ਼ਨਾ ਹੈ। ਮੇਰੀ ਗੱਲ ਸਮਝਿਓ 8 ਦੀ 8 ਨੂੰ। ਜੇ ਅੱਜ ਗੁਰੂ ਨਾਨਕ ਦੀ ਚੀਜ਼ ਇਹਨੂੰ ਸੁਣ ਲੋਗੇ, ਮੇਰਾ ਇੱਕ ਮਨ ਕਰਦਾ ਸੀ ਸੁਣਾਵਾਂ, ਇੱਕ ਨਾ ਸੁਣਾਵਾਂ, ਕੋਈ ਦੂਜਾ ਅਸਰ ਨਾ ਹੋ ਜੇ, ਪਰ ਜੇ ਇਹਨੂੰ ਸੁਣ ਕੇ ਸਹੀ ਪਾਸੇ ਖੜੋਗੇ, ਮੈਂ ਕਹਿੰਦਾ ਕਈ ਸਾਧ ਸੰਗਤ ਜੀ ਇਸ ਟੋਏ ਤੋਂ ਬਚ ਜਾਣਗੇ। ਇਹ ਬਹੁਤ ਬਾਬਾ ਨਾਨਕ ਸਿੰਘ ਨੇ ਵੀ ਇਹ ਟੋਏ ਨੂੰ ਦੂਜਾ ਟੋਇਆ ਗਿਣਿਆ ਸੀ। ਪਰਾਈ ਨਾਰੀ ਆਖੋ ਸਤਿਨਾਮ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਹ ਰਾਜਾ ਸ਼ਿਵਨਾਭ ਜੀ ਨੂੰ ਉਪਦੇਸ਼ ਦੇਣੇ ਕੀਤੇ। ਸੋ ਸਤ ਗੁਰ ਧੰਨ 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 ਧੰਨ, ਸੋ ਸਤ ਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ, ਭਰਮ ਗੜ ਤੋੜਿਆ। ਸੋ ਸਤ ਗੁਰ ਵਾਹ ਵਾਹ ਜਿਨ ਹਰ ਸਿਉ ਜੋੜਿਆ, ਸੋ ਸਤ ਗੁਰ ਵਾਹ ਜਿਨ ਹਰਿ ਸਿਉ ਜੋੜਿਆ, ਜਿਨ ਹਰ ਸਿਉ ਜੋੜਿਆ, ਜਿਨ ਹਰ ਸਿਉ ਜੋੜਿਆ, ਜੋੜਿਆ, ਜਿਨ ਹਰ ਸਿਉ ਜੋੜਿਆ, ਜਿਨ ਹਰ ਸਿਉ ਜੋੜਿਆ, ਜਿਨ ਹਰਿ ਸਿਉ ਜੋੜਿਆ, ਜਿਨ ਹਰਿ ਸਿਉ ਜੋੜਿਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਵੱਲੋਂ 19 ਸ਼ਹਿਰਾਂ ਵਿੱਚ ਵਿਧਵਾ ਬੀਬੀਆਂ ਦੇ ਭਲਾਈ ਕੇਂਦਰਾਂ ਦੀ ਸੇਵਾ, ਜਿਨ੍ਹਾਂ ਵਿੱਚ ਹਰ ਮਹੀਨੇ ਤਕਰੀਬਨ 3842 ਵਿਧਵਾ ਬੀਬੀਆਂ ਅਤੇ ਤਕਰੀਬਨ 8160 ਬੱਚੇ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੇ ਹਨ, ਅਤੇ ਨਾਲ ਹੀ ਇਹਨਾਂ ਵਿਧਵਾ ਬੀਬੀਆਂ ਦੀਆਂ ਬੱਚੀਆਂ ਅਤੇ ਹੋਰ ਲੋੜਵੰਦ ਬੱਚੀਆਂ ਲਈ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਦੀ ਸੇਵਾ ਸਤਿਗੁਰ ਜੀ ਟਰਸਟ ਤੋਂ ਲੈ ਰਹੇ ਹਨ। ਟਰਸਟ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ 4 ਚੈਰੀਟੇਬਲ ਹਸਪਤਾਲ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦਰਸ਼ਨਾਂ ਲਈ ਯਾਤਰੂਆਂ ਵਾਸਤੇ 2 ਸਰਾਵਾਂ, ਬੱਚਿਆਂ ਨੂੰ ਦੁਨਿਆਵੀ ਅਤੇ ਧਾਰਮਿਕ ਵਿੱਦਿਆ ਦੇਣ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਜੋ ਕਿ CBSE ਪੈਟਰਨ ਤੇ ਆਧਾਰਿਤ ਹਨ, ਅਤੇ ਇਸ ਦੇ ਨਾਲ ਹੀ ਗੁਰਦੁਆਰਾ ਸਤਸੰਗ ਸਭਾ ਬਾਜ਼ਾਰ ਲੋਹਾਰਾ, ਅਸਥਾਨ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਕੌਲਸਰ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਕ ਜੈ ਸਿੰਘ ਅਤੇ ਗੁਰਦੁਆਰਾ ਆਗਮਨ ਅਸਥਾਨ ਬਾਬਾ ਦੀਪ ਸਿੰਘ ਜੀ ਪਹੁਵਿੰਡ ਸਾਹਿਬ ਦੀ ਕਾਰ ਸੇਵਾ ਵੀ ਸਤਿਗੁਰੂ ਜੀ ਸਿਰ ਤੇ ਹੱਥ ਰੱਖ ਕੇ ਟਰਸਟ ਤੋਂ ਲੈ ਰਹੇ ਹਨ। ਇਸ ਤੋਂ ਇਲਾਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੁੰਦਰਤਾ ਨੂੰ ਵਧਾਉਣ ਲਈ ਸੁਲਤਾਨਵਿੰਡ ਚੌਕ ਅਤੇ ਚਾਟੀਵਿੰਡ ਚੌਕ ਦੀ ਸੇਵਾ ਦੇ ਨਾਲ-ਨਾਲ ਅਜੋਕੇ ਸਮੇਂ ਵਿੱਚ ਬਾਣੀ ਅਤੇ ਬਾਣੇ ਨੂੰ ਘਰ-ਘਰ ਪਹੁੰਚਾਉਣ ਲਈ ਗੁਰੂ ਸਾਹਿਬ ਜੀ ਨੇ ਟਰਸਟ ਕੋਲੋਂ 4 ਨਿਵੇਕਲੀਆਂ ਲਹਿਰਾਂ ਦੀ ਸੇਵਾ ਵੀ ਲਈ, ਜਿਨ੍ਹਾਂ ਵਿੱਚ ਪਹਿਲੀ ਲਹਿਰ 300 ਸਾਲ ਗੁਰਬਾਣੀ ਕੰਠ ਦੇ ਨਾਲ ਦੇ ਹੁਣ ਤੱਕ 3 ਭਾਗ ਹੋ ਚੁੱਕੇ ਹਨ। ਦੂਸਰੀ ਲਹਿਰ 300 ਸਾਲ ਲਿਖਣ ਭਗਤੀ ਦੇ ਨਾਲ, ਤੀਸਰੀ ਲਹਿਰ 300 ਸਾਲ ਸਿੱਖੀ ਸਰੂਪ ਦੇ ਨਾਲ, ਚੌਥੀ ਲਹਿਰ 300 ਸਾਲ ਸਿੱਖ ਇਤਿਹਾਸ ਦੇ ਨਾਲ, ਅਤੇ ਹੁਣ ਪੰਜਵੀਂ ਲਹਿਰ 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਦੀ ਸੇਵਾ ਵੀ ਸਤਿਗੁਰੂ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹਨਾਂ ਲਹਿਰਾਂ ਵਿੱਚ ਲੱਖਾਂ ਹੀ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਭਾਗ ਲਿਆ, ਅਤੇ ਇਹ ਲਹਿਰਾਂ ਗੁਰੂ ਸਾਹਿਬ ਜੀ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਜਾਰੀ ਰਹਿਣਗੀਆਂ। ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ
ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ।